KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰੋ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਜਗ੍ਹਾ ਤੇ ਬੈਠ ਕੇ ਤੁਸੀਂ ਸਾਨੂੰ ਲਾਈਵ ਸੁਣ ਸਕਦੇ ਹੋ। ਜੇਕਰ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604-592-9191 604-592-9191 ਡਾਇਲ ਕਰਕੇ ਤੁਸੀਂ ਕਿਸੇ ਵੀ ਵਕਤ ਚੱਲਦੇ ਪ੍ਰੋਗਰਾਮ ਦੇ ਵਿੱਚ ਸ਼ਰੀਕ ਹੋ ਸਕਦੇ ਹੋ, ਆਪਣਾ ਸਵਾਲ ਰੱਖ ਸਕਦੇ ਹੋ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿਸ਼ੇ ਵੱਲ ਵਧਦੇ ਹਾਂ। ਦਾ ਸੰਡੇ ਸ਼ੋਅ ਨਿਰਧਾਰਤ 4 ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਅਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਜੀ ਸਟੂਡੀਓ ਵਿੱਚ ਮੌਜੂਦ ਨੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਜੀ ਬਹੁਤ ਸ਼ੁਕਰੀਆ ਭਾਮ ਸਾਹਿਬ ਜੀ। ਸੋ ਜਿਸ ਤਰ੍ਹਾਂ ਗਿੱਲ ਸਾਹਿਬ ਤੁਸੀਂ ਵੀ ਜਾਣਦੇ ਹੋ, ਸਾਡੇ ਸਰੋਤਿਆਂ 'ਚੋਂ ਵੀ ਬਹੁਤ ਸਾਰੇ ਜਾਣਦੇ ਹੋਣਗੇ ਕਿ ਅੱਜ ਲਾਲਾ ਲਾਜਪਤ ਰਾਏ ਉਹਨਾਂ ਦਾ ਕੱਲ੍ਹ ਜਨਮ ਦਿਨ ਸੀ, ਕੱਲ੍ਹ 28 ਨੂੰ। ਕੱਲ੍ਹ ਕਿਉਂਕਿ ਸਾਡਾ ਸ਼ੋਅ ਨਹੀਂ ਹੁੰਦਾ, ਸਾਡਾ ਸ਼ੋਅ ਅੱਜ ਹੁੰਦਾ, ਇਸ ਕਰਕੇ ਸਾਡੀ ਮਜਬੂਰੀ ਹੈ ਜਿਸੇ ਅੱਜ ਅਸੀਂ ਕਰਨ ਲੱਗੇ ਹਾਂ। ਸੋ ਉਹਨਾਂ ਦਾ ਜਨਮ ਦਿਨ ਤੇ ਅਸੀਂ ਗਿੱਲ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਦੀ ਸ਼ਖਸੀਅਤ ਕੀ ਸੀ ਔਰ ਕਿਵੇਂ ਉਹਨਾਂ ਨੇ ਆਪਣਾ ਜਿਹੜਾ ਨਾਮ ਹੈ ਉਹ ਇੱਥੋਂ ਤੱਕ ਪਹੁੰਚਾਇਆ। ਜੀ ਭਾਮ ਸਾਹਿਬ, ਲਾਲਾ ਲਾਜਪਤ ਰਾਏ ਦੀ ਜੇ ਗੱਲ ਕਰੀਏ, ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ, ਪ੍ਰੀ ਪਾਰਟੀਸ਼ਨ ਇੰਡੀਆ ਦੇ ਇਤਿਹਾਸ ਦੇ ਵਿੱਚ ਉਹ ਇੱਕ ਬਹੁਤ ਹੀ ਵੱਡੀ ਜਿਹੜੀ ਕਦਾਵਰ ਸ਼ਖਸੀਅਤ ਹੈ ਲਾਲਾ ਲਾਜਪਤ ਰਾਏ ਦੀ। ਜੀ ਜੀ। ਉਹ ਜਿਹੜੀ ਮਲਟੀਫੈਸਟ ਉਹਨਾਂ ਦੀ ਪਰਸਨੈਲਿਟੀ ਸੀ। ਉਹ ਨਾ ਹੀ ਸਿਰਫ ਇੱਕ ਆਜ਼ਾਦੀ ਘੁਲਾਟੀਏ ਵੀ ਸੀ, ਇੱਕ ਬਹੁਤ ਬੜੇ ਇੰਸਟੀਟਿਊਸ਼ਨ ਬਿਲਡਰ ਵੀ ਸੀ ਜੀ, ਤੇ ਇੱਕ ਵਿਚਾਰਕ, ਇੱਕ ਬੌਧਿਕ ਵਿਅਕਤੀ। ਬਹੁਤ ਸਾਰਾ ਜਿਹੜਾ ਲਿਟਰੇਚਰ ਜਿਨ੍ਹਾਂ ਨੇ ਆਪ ਦੇ ਹੱਥੀਂ ਲਿਖਿਆ, ਕਿਤਾਬਾਂ ਬਹੁਤ ਸਾਰੀਆਂ। ਸੋ ਉਹ ਰਾਈਟਰ, ਇੱਕ ਆਜ਼ਾਦੀ ਘੁਲਾਟੀਏ, ਇੱਕ ਇੰਸਟੀਟਿਊਸ਼ਨ ਬਿਲਡਰ ਤੇ ਇੱਕ ਵਿਚਾਰਕ, ਇੱਕ ਬਹੁਪੱਖੀ ਸ਼ਖਸੀਅਤ ਲਾਲਾ ਲਾਜਪਤ ਰਾਏ ਸਨ ਜੀ। ਲਾਲਾ ਲਾਜਪਤ ਰਾਏ ਦਾ ਜਨਮ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 28 ਜਨਵਰੀ 1865 ਨੂੰ ਪੰਜਾਬ ਦੇ ਮਸ਼ਹੂਰ ਪਿੰਡ ਜਗਰਾਉਂ ਨੇੜੇ ਜਿਹੜਾ ਹੈ ਢੁੱਡੀਕੇ ਵਿਖੇ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਮੁਨਸ਼ੀ ਰਾਧਾ ਕ੍ਰਿਸ਼ਨ ਅਗਰਵਾਲ ਉਰਦੂ ਦੇ ਟੀਚਰ ਸਨ ਜੀ, ਤੇ ਉਹਨਾਂ ਦੀ ਮਾਤਾ ਗੁਲਾਬ ਦੇਵੀ ਅਗਰਵਾਲ ਜੋ ਕਿ ਬਹੁਤ ਹੀ ਇੱਕ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ ਜੀ। ਭਾਮ ਸਾਹਿਬ, ਉਹਨਾਂ ਨੇ ਲਾਲਾ ਲਾਜਪਤ ਰਾਏ ਨੇ ਜਿਹੜੀ ਆਪਣੀ ਲਾਅ ਦੀ, ਕਾਨੂੰਨ ਦੀ ਪੜ੍ਹਾਈ ਹੈ ਉਹ ਫਿਰ ਗਵਰਨਮੈਂਟ ਕਾਲਜ ਲਾਹੌਰ ਤੋਂ ਪੂਰੀ ਕੀਤੀ ਅਤੇ ਫਿਰ 1886 ਦੇ ਆਸ-ਪਾਸ ਜਿਹੜਾ ਹਿਸਾਰ ਦੇ ਵਿੱਚ ਆ ਕੇ ਆਪਣੀ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਜੀ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਉਹ ਹਿਸਾਰ ਦੇ ਵਿੱਚ ਟੀਚਰ ਸੀ ਜੀ। ਸੋ ਉੱਥੇ ਉਹਨਾਂ ਨੇ ਆਪਣੀ ਜਿਹੜੀ ਕਾਨੂੰਨ ਦੀ ਐਜ਼ ਅ ਵਕੀਲ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਤੇ ਉੱਥੇ ਫਿਰ ਹਿਸਾਰ ਬਾਰ ਕਾਉਂਸਲ ਦੀ ਸਥਾਪਨਾ ਵੀ ਕੀਤੀ ਜੀ। ਸੋ ਬੜੀ ਇੱਕ ਯੰਗ ਏਜ ਤੋਂ ਹੀ ਉਹ ਇੱਕ ਇੰਸਟੀਟਿਊਸ਼ਨ ਬਿਲਡਰ ਬਣ ਚੁੱਕੇ ਸੀਗੇ ਜੀ। ਉਹ ਅੱਗੇ ਚੱਲ ਕੇ ਫਿਰ ਉਹਨਾਂ ਨੇ ਬਹੁਤ ਵੱਡੇ ਸੰਸਥਾਨਾਂ ਦੀ ਜਿਹੜੀ ਅੱਗੇ ਸਥਾਪਨਾ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਜੀ। ਭਾਮ ਸਾਹਿਬ, ਜਦੋਂ ਉਹ ਲਾਅ ਸਟੂਡੈਂਟ ਸੀ ਲਾਹੌਰ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਲਾਲਾ ਹੰਸਰਾਜ ਅਤੇ ਗੁਰੂ ਦੱਤ ਵਿਦਿਆਰਥੀ ਵਰਗੇ ਜਿਹੜੇ ਆਗੂ ਸੀ ਜੀ, ਉਹਨਾਂ ਦੇ ਨਾਲ ਹੋਇਆ ਤੇ ਜਿਹੜੇ ਉਹ ਫਿਰ ਉਹਨਾਂ ਦੇ ਅੱਗੇ ਚੱਲ ਕੇ ਸਾਥੀ ਬਣੇ ਤੇ ਜਿਨ੍ਹਾਂ ਨੇ ਫਿਰ ਸਵਦੇਸ਼ੀ ਦਾ ਝੰਡਾ ਹਿੰਦੁਸਤਾਨ ਦੇ ਵਿੱਚ ਚੱਕਿਆ ਜੀ। ਸੋ ਸਵਦੇਸ਼ੀ ਦਾ ਜਿਹੜਾ ਝੰਡਾ ਹੈ ਭਾਮ ਸਾਹਿਬ, ਜਿਹਨੂੰ ਬਾਅਦ ਦੇ ਵਿੱਚ ਮਹਾਤਮਾ ਗਾਂਧੀ ਨੇ ਚਰਖੇ ਦੇ ਨਾਲ ਬਹੁਤ ਮਸ਼ਹੂਰ ਕੀਤਾ ਤੇ ਉਹਨੂੰ ਸਿਖਰ ਤੇ ਲੈ ਕੇ ਗਏ ਜੀ, ਉਹ ਲਾਲਾ ਲਾਜਪਤ ਰਾਏ ਤੇ ਉਹਨਾਂ ਦੇ ਸਾਥੀਆਂ ਦੀ ਦੇਣ ਸੀ ਜਿਹੜਾ ਸਵਦੇਸ਼ੀ ਨੂੰ ਪ੍ਰਮੋਟ ਕਰਨਾ ਜੀ। ਆਪਣੇ ਦੇਸ਼ ਦੇ ਵਿੱਚ ਜਿਹੜੀ ਹੈ ਸਥਾਪਿਤ ਇੰਸਟੀਟਿਊਸ਼ਨਸ, ਸਥਾਪਿਤ ਇੰਡਸਟਰੀ, ਜਿਹੜੇ ਦੇਸ਼ ਦੇ ਤੁਹਾਡੇ ਚੀਜ਼ਾਂ ਨੇ ਆਪਣੀਆਂ ਜੀ, ਉਹਨਾਂ ਨੂੰ ਪ੍ਰਮੋਟ ਕਰਨਾ ਤੇ ਜਿਹੜਾ ਵਿਦੇਸ਼ੀ ਗੁੱਡਸ ਹੈ ਜਿਨ੍ਹਾਂ ਦੇ ਰਾਹੀਂ ਹਿੰਦੁਸਤਾਨ ਦੇ ਲੋਕਾਂ ਦਾ ਸ਼ੋਸ਼ਣ ਕਰਦਾ ਸੀ ਜੀ ਅੰਗਰੇਜ਼ੀ ਸਾਮਰਾਜ, ਉਹਨਾਂ ਨੂੰ ਬਾਈਕਾਟ ਕਰਨਾ ਜੀ। ਸੋ 1905 ਦੇ ਵਿੱਚ ਭਾਮ ਸਾਹਿਬ, ਜਦ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਬੰਗਾਲ ਦੀ ਪਾਰਟੀਸ਼ਨ ਦਾ ਅਨਾਉਂਸਮੈਂਟ ਕੀਤਾ ਤਾਂ ਇਹ ਪਹਿਲਾ ਵੱਡਾ ਐਲਾਨ ਸੀ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਫੁੱਟ ਪਾਉਣ ਦੀ ਜਿਹੜੀ ਨੀਤੀ ਸੀ ਉਹਦਾ ਇੱਕ ਪ੍ਰਤੱਖ ਨਤੀਜਾ ਸੀ, ਜਦੋਂ ਕਿ ਈਸਟ ਬੰਗਾਲ ਤੇ ਵੈਸਟ ਬੰਗਾਲ ਨੂੰ
ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਜਿਹੜਾ ਈਸਟ ਬੰਗਾਲ ਸੀ ਉਹ ਹਿੰਦੂ ਮੈਜੋਰਿਟੀ ਸੀ, ਜਿਹੜਾ ਵੈਸਟ ਬੰਗਾਲ ਸੀ ਉਹ ਹਿੰਦੂ ਮੈਜੋਰਿਟੀ ਸੀ, ਤੇ ਜਿਹੜਾ ਈਸਟ ਬੰਗਾਲ ਸੀ ਉਹ ਮੁਸਲਮਾਨ ਮੈਜੋਰਿਟੀ ਸੀ। ਪਰ ਇਸ ਦੇ ਖਿਲਾਫ ਜਿਹੜਾ ਹੈ ਬਹੁਤ ਵੱਡੀ ਮੁਹਿੰਮ ਬੰਗਾਲ ਦੇ ਲੋਕਾਂ ਨੇ ਚਲਾਈ, ਇਕੱਠੇ ਹੋ ਕੇ ਕਾਂਗਰਸ ਪਾਰਟੀ ਨੇ ਚਲਾਈ, ਤੇ ਜਿਸ ਦੇ ਵਿੱਚ ਫਿਰ ਲਾਲਾ ਲਾਜਪਤ ਰਾਏ ਵਰਗੇ ਆਗੂਆਂ ਨੇ ਅਹਿਮ ਜਿਹੜਾ ਯੋਗਦਾਨ ਨਿਭਾਇਆ, ਤੇ ਉੱਥੇ ਫਿਰ ਬੰਗਾਲ ਦੇ ਵਿੱਚ ਜਿਹੜੀ ਸਵਦੇਸ਼ੀ ਮੂਵਮੈਂਟ ਹੈ ਉਸ ਦਾ ਝੰਡਾ ਬੁਲੰਦ ਕੀਤਾ। ਪੰਮ ਸਾਹਿਬ ਇੱਥੇ ਜਿਹੜੀ ਉਹਨਾਂ ਦੀ ਰਾਜਨੀਤੀ, ਕਾਂਗਰਸ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਉਹਨਾਂ ਦੇ ਜਿਹੜੇ ਸਾਥੀ ਬਣੇ ਉਹ ਬਾਲ ਗੰਗਾਧਰ ਤਿਲਕ ਜੀ ਤੇ ਬਿਪਿਨ ਚੰਦਰ ਪਾਲ ਜੀ, ਜਿਹੜੀ ਫਿਰ ਤਿਕੜੀ ਨੂੰ ਲਾਲ ਬਾਲ ਪਾਲ ਦੇ ਨਾਮ ਨਾਲ ਜਾਣਿਆ ਗਿਆ ਜੀ। ਕਿਉਂ ਇਹ ਜਿਹੜੀ ਲਾਲ ਬਾਲ ਪਾਲ ਦੀ ਤਿਕੜੀ ਸੀ ਪੰਮ ਸਾਹਿਬ, ਇਹ ਗਰਮ ਖਿਆਲੀ ਜਿਹੜੇ ਸਿਆਸਤ ਸੀ, ਐਕਸਟ੍ਰੀਮਿਸਟ ਇਹਨਾਂ ਨੂੰ ਕਿਹਾ ਗਿਆ, ਕਾਂਗਰਸ ਐਕਸਟ੍ਰੀਮਿਸਟ ਜੀ, ਉਹਦੇ ਇਹ ਇੱਕ ਸੰਸਥਾਪਕ ਸੀ ਜੀ। ਕਿਉਂਕਿ ਇਹਨਾਂ ਤੋਂ ਪਹਿਲਾਂ ਜਿਹੜੀ ਕਾਂਗਰਸ ਦੀ ਸਿਆਸਤ ਚੱਲ ਰਹੀ ਸੀ ਉਹਨੂੰ ਮੋਡਰੇਟ ਸਿਆਸਤ ਕਿਹਾ ਜਾਂਦਾ ਸੀ ਜੀ। ਉਹ ਸਿਆਸਤ ਸੀਗੀ ਟੀ ਪਾਰਟੀ ਪੋਲਿਟਿਕਸ ਜੀ ਜੀ, ਅੰਗਰੇਜ਼ੀ ਹੁਕਮਰਾਨਾਂ ਦੇ ਨਾਲ ਪ੍ਰੇਅਰ ਐਂਡ ਪਟੀਸ਼ਨ ਕਰਨੀ ਜੀ, ਉਹਨਾਂ ਦੇ ਤਰਲਮਿੰਤ ਜਿਹੜੇ ਹਾੜੇ ਕੱਢਣੇ, ਤੇ ਉਹਨਾਂ ਨੂੰ ਇਹ ਕਹਿਣਾ ਕਿ ਅਸੀਂ ਅੰਗਰੇਜ਼ ਜਿਹੜੇ ਸਾਮਰਾਜ ਹੈ ਉਹਦੇ ਅਸੀਂ ਵਫਾਦਾਰ ਹਾਂ, ਪਰ ਸਾਨੂੰ ਇੰਨਾ ਕੁ ਫੇਵਰ ਦੇ ਦਿਓ ਜੀ। ਉਹਨਾਂ ਦੇ ਨਾਲ ਟੀ ਪਾਰਟੀਆਂ ਕਰਨੀਆਂ। ਭਗਤ ਸਿੰਘ ਵੀ ਤਾਂ ਹੀ ਇਹਨਾਂ ਤੋਂ ਪ੍ਰੇਰਿਤ ਸੀਗੇ ਜੀ ਜੀ ਜੀ। ਸੋ ਇਹਨਾਂ ਨੇ ਉਹ ਜਿਹੜੀ ਸਿਆਸਤ ਹੈ ਉਹਨੂੰ ਕਾਂਗਰਸ ਦੇ ਵਿੱਚ ਉਹਨੂੰ ਰੱਦ ਕਰਕੇ ਜਿਹੜੀ ਐਕਸਟ੍ਰੀਮਿਸਟ ਪੋਲਿਟਿਕਸ ਹੈ ਜੀ, ਕਿਉਂਕਿ ਜਿਹੜੀ ਮੋਡਰੇਟ ਜਿਹੜੀ ਸਿਆਸਤ ਸੀ ਉਹਦਾ ਟੀਚਾ ਸਿਰਫ ਡੋਮੀਨੀਅਨ ਸਟੇਟਸ ਸੀ, ਪੂਰਨ ਸਵਰਾਜ ਨਹੀਂ ਸੀ। ਫਿਰ ਐਕਸਟ੍ਰੀਮਿਸਟ ਨੇ ਆ ਕੇ ਜਿਹੜਾ ਕਿਹਾ, ਜਿਸ ਤਰ੍ਹਾਂ ਬਾਲ ਗੰਗਾਧਰ ਤਿਲਕ ਦਾ ਫਿਰ ਉਹ ਮਸ਼ਹੂਰ ਵਚਨ ਸੀ ਕਿ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਤੇ ਮੈਂ ਇਹਨੂੰ ਹਾਸਲ ਕਰਕੇ ਰਹੂੰਗਾ। ਸੋ ਪੂਰਨ ਸਵਰਾਜ ਦੀ ਜਿਹੜੀ ਗੱਲ ਹੈ ਫਿਰ ਉਹ ਐਕਸਟ੍ਰੀਮਿਸਟ ਨੇ ਕੀਤੀ, ਜਿਨ੍ਹਾਂ ਦੇ ਵਿੱਚੋਂ ਲਾਲਾ ਲਾਜਪਤ ਰਾਏ ਇੱਕ ਪ੍ਰਮੁੱਖ ਆਗੂ ਸੀ ਜੀ। ਸੋ ਇਸੇ ਤਰ੍ਹਾਂ ਭੰਮ ਸਾਹਿਬ ਜਿਹੜਾ ਅਸੀਂ ਗੱਲ ਸਵਦੇਸ਼ੀ ਦੀ ਕਰ ਰਹੇ ਸੀ, ਸਵਦੇਸ਼ੀ ਮੂਵਮੈਂਟ ਨੂੰ ਅੱਗੇ ਵਧਾਉਂਦਿਆਂ ਹੋਇਆਂ ਜੀ ਲਾਲਾ ਲਾਜਪਤ ਰਾਏ ਨੇ ਬਹੁਤ ਵੱਡੇ ਜਿਹੜੇ ਇੰਸਟੀਟਿਊਸ਼ਨ ਸਾਨੂੰ ਅੱਜ ਦਿਖਦੇ ਆ ਉਹਨਾਂ ਦੀ ਸਥਾਪਨਾ ਕੀਤੀ, ਜਿਸ ਦੇ ਵਿੱਚੋਂ ਪ੍ਰਮੁੱਖ ਹੈ ਪੰਜਾਬ ਨੈਸ਼ਨਲ ਬੈਂਕ, ਜਿਸ ਦੀ ਸਥਾਪਨਾ 1894 ਦੇ ਵਿੱਚ ਕਰਨ ਦੇ ਵਿੱਚ ਜਿਹੜਾ ਲਾਲਾ ਲਾਜਪਤ ਰਾਏ ਨੇ ਅਹਿਮ ਭੂਮਿਕਾ ਨਿਭਾਈ ਜੀ। ਕਿਉਂਕਿ ਭੰਮ ਸਾਹਿਬ ਜਿੰਨਾ ਚਿਰ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ, ਜਿੰਨਾ ਚਿਰ ਉਹ ਕੋਈ ਕਮਿਊਨਿਟੀ ਐਸਟੈਬਲਿਸ਼ ਨਹੀਂ ਕਰਦੀ ਹੈ, ਉਹਨਾਂ ਚਿਰ ਉਹ ਅੱਗੇ ਨਹੀਂ ਵਧ ਸਕਦੀ, ਉਹ ਆਪਣੇ ਪੈਰਾਂ 'ਤੇ ਖੜੀ ਨਹੀਂ ਹੋ ਸਕਦੀ। ਸੋ ਇਸ ਲਈ ਪੰਜਾਬ ਦੇ ਵਿੱਚ ਲਾਲਾ ਲਾਜਪਤ ਰਾਏ ਨੇ ਜਿਹੜਾ ਪੰਜਾਬ ਨੈਸ਼ਨਲ ਬੈਂਕ ਬਣਾ ਕੇ ਜੀ ਉਸ ਨੂੰ ਅੱਗੇ ਤੋਰਿਆ ਜੀ। ਹੋਰ ਜਿਹੜੀ ਵੱਡੀ ਸੀ ਇੱਕ ਉਹਨਾਂ ਦੀ ਅਚੀਵਮੈਂਟ, ਉਹਨਾਂ ਨੇ ਲక్ష్ਮੀ ਇੰਸ਼ੋਰੈਂਸ ਕੰਪਨੀ ਨਾਮ ਦੀ ਇੱਕ ਇੰਸ਼ੋਰੈਂਸ ਕੰਪਨੀ ਬਣਾਈ, ਲਾਈਫ ਇੰਸ਼ੋਰੈਂਸ ਕੰਪਨੀ ਬਣਾਈ, ਜਿਸ ਦੇ ਨਾਲ ਕਿ ਲੋਕਾਂ ਨੂੰ ਇਸ ਦੇ ਨਾਲ ਫਾਈਨਾਂਸ ਸੈਕਟਰ ਦੇ ਨਾਲ ਜੋੜਿਆ ਜਾ ਸਕੇ ਤੇ ਉਹਨਾਂ ਨੂੰ ਇੱਕ ਸਿਕਿਉਰਿਟੀ ਨੈਟ ਦਿੱਤਾ ਜਾਵੇ ਤੇ ਪੈਸੇ ਜੋੜਨ ਲਈ ਪ੍ਰੇਰਿਤ ਕੀਤਾ ਜਾਵੇ ਜੀ। ਸੋ ਜੇ ਤੁਸੀਂ ਲక్ష్ਮੀ ਇੰਸ਼ੋਰੈਂਸ ਕੰਪਨੀ ਦੀ ਸ਼ਾਰਟ ਫਾਰਮ ਦੇਖੋ ਤਾਂ ਉਹ ਕੀ ਬਣਦੀ ਹੈ, ਉਹ ਬਣਦੀ ਹੈ LIC ਜੀ। ਸੋ LIC ਜਿਹੜੀ ਲక్ష్ਮੀ ਇੰਸ਼ੋਰੈਂਸ ਕੰਪਨੀ ਹੈ, ਬਾਅਦ ਦੇ ਵਿੱਚ ਇਸ ਨੂੰ 1956 ਦੇ ਵਿੱਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਇਸ ਨੂੰ ਮਰਜ ਕਰ ਦਿੱਤਾ ਗਿਆ ਸੀ। ਸੋ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ LIC ਹੈ ਜੀ ਉਹਦੇ ਪਿੱਛੇ ਉਹਦੇ ਵਿੱਚ ਵੀ ਲਾਲਾ ਲਾਜਪਤ ਰਾਏ ਦਾ ਵੱਡਾ ਯੋਗਦਾਨ ਹੈ। ਬਿਲਕੁਲ। ਸੋ ਇਸ ਤਰ੍ਹਾਂ ਭੰਮ ਸਾਹਿਬ ਹੋਰ ਵੀ ਕਈ, ਇੱਕ ਉਹਨਾਂ ਨੇ ਅਨਾਥਾਲਿਆ ਬਣਾਇਆ ਹਿੰਦੂ ਬੱਚਿਆਂ ਦੇ ਵਾਸਤੇ, ਕਿਉਂਕਿ ਉੱਥੇ ਉਹਨਾਂ ਨੇ ਇਹ ਮਹਿਸੂਸ ਕੀਤਾ, ਅੱਗੇ ਚੱਲ ਕੇ ਉਹਨਾਂ ਦੀ ਪਰਸਨੈਲਿਟੀ ਦਾ ਅਸੀਂ ਇਹ ਵੀ ਹਿੱਸਾ ਜਿਹੜਾ ਹੈ ਉਹ ਡਿਸਕਸ ਕਰਾਂਗੇ ਕਿ ਉਹ ਇੱਕ ਹਿੰਦੂ ਰਾਸ਼ਟਰਵਾਦੀ ਨੇਤਾ ਵੀ ਸੀ, ਆਰਿਆ ਸਮਾਜ ਦਾ ਉਹਨਾਂ ਤੇ ਅਸਰ ਸੀ। ਸੋ ਸਾਰੇ ਜਿਹੜੇ ਪਰਸਨੈਲਿਟੀ ਦੇ ਫੈਸਟ ਹੈ, ਸਾਡਾ ਦੇਖੋ ਚਰਚਾ ਕਰਨ ਦਾ ਸਿਰਫ ਇਹ ਨਹੀਂ ਹੁੰਦਾ ਟੀਚਾ ਵੀ ਕਿਸੇ ਦਾ ਅਸੀਂ ਮਹਿਮਾ ਮੰਡਨ ਕਰੀਏ। ਬਿਲਕੁਲ। ਇੱਕ ਆਬਜੈਕਟ ਜਿਹੜੀ ਹਿਸਟਰੀ ਹੈ ਉਹਨੂੰ ਇੱਕ ਆਬਜੈਕਟਿਵ ਤਰੀਕੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ, ਜੋ ਜਿਸ ਤਰ੍ਹਾਂ ਹੈ ਉਹਨੂੰ ਉਸੇ ਤਰ੍ਹਾਂ ਦਰਸਾਇਆ ਜਾਣਾ ਚਾਹੀਦਾ। ਬਿਲਕੁਲ। ਉਹਨਾਂ ਨੇ ਜਿਹੜਾ ਅਨਾਥਾਲਿਆ ਬਣਾਇਆ ਹਿੰਦੂ ਬੱਚਿਆਂ ਦੇ ਵਾਸਤੇ, ਕਿਉਂਕਿ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜੇ ਅਨਾਥ ਹਿੰਦੂ ਬੱਚੇ ਸੀ ਉਹਨਾਂ ਨੂੰ ਕ੍ਰਿਸਚੀਅਨ ਮਿਸ਼ਨਰੀਆਂ ਨੂੰ ਸੌਂਪ ਦਿੱਤਾ ਜਾਂਦਾ ਸੀ। ਫਿਰ ਜਿੱਥੇ ਕਿ ਉਹ ਕ੍ਰਿਸਚੈਨਿਟੀ ਦਾ ਪ੍ਰਭਾਵ ਜਿਸ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਵੱਧ ਰਿਹਾ ਸੀ, ਉਸ ਨੂੰ ਰੋਕਣ ਦੇ ਵਾਸਤੇ ਵੀ ਉਹਨਾਂ ਨੇ ਇਹ ਕੰਮ ਕੀਤਾ ਜੀ। ਫਿਰ DAV ਸਕੂਲ ਦੇ ਸੰਸਥਾਪਨਾ ਦੇ ਵਿੱਚ ਭੰਮ ਸਾਹਿਬ ਉਹਨਾਂ ਦਾ ਬੜਾ ਵੱਡਾ DAV ਕਾਲਜ ਤੇ DAV ਸਕੂਲ, ਕਿਉਂਕਿ ਉਹ ਖੁਦ ਸਵਾਮੀ ਦਇਆਨੰਦ ਸਰਸਵਤੀ ਦੇ ਬਹੁਤ ਵੱਡੇ ਉਪਾਸ਼ਕ ਸਨ। ਉਹਨਾਂ ਨੇ ਫਿਰ ਜਿਹੜੀ ਦਇਆਨੰਦ ਐਂਗਲੋ ਵੈਦਿਕ ਜਿਹੜੇ DAV ਲਹਿਰ ਚਲਾਈ, ਆਰਿਆ ਸਮਾਜ ਦੀ ਲਹਿਰ, ਉਸ ਨੂੰ ਅੱਗੇ ਤੋਰਦੇ ਹੋਇਆ ਉਸ ਨੂੰ
ਸੰਸਥਾਗਤ ਕੀਤਾ ਜੀ। ਇੱਕ ਵਿਚਾਰਧਾਰਕ ਤੌਰ ਤੇ ਤਾਂ ਸਵਾਮੀ ਦਇਆਨੰਦ ਸਰਸਵਤੀ ਆਰਿਆ ਸਮਾਜ ਨੂੰ ਬਹੁਤ ਅੱਗੇ ਲੈ ਗਏ ਸੀ। ਪੰਜਾਬ ਦੇ ਵਿੱਚ ਵੀ ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਆਰਿਆ ਸਮਾਜ ਦੀ ਪੂਰੀ ਤੂਤੀ ਬੋਲਣ ਲਾਤੀ ਸੀ ਤੇ ਜਿਹੜੇ ਪੰਜਾਬ ਦੇ ਜਿਹੜੇ ਵੱਡੀਆਂ ਫੈਮਿਲੀ ਸੀ ਉਹ ਆਰਿਆ ਸਮਾਜ ਦੇ ਨਾਲ ਜੁੜ ਗਈਆਂ ਸੀ ਤੇ ਸਿੱਖੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਸਾਈਡਲਾਈਨ ਹੋ ਚੁੱਕੀ ਸੀ, ਆਲਮੋਸਟ ਪ੍ਰਭਾਵਿਤ ਹੋਣ ਲੱਗ ਪਈ। ਉਹ ਕਿਸੇ ਦਿਨ ਅਸੀਂ ਫਿਰ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਫਿਰ ਗਿਆਨੀ ਦਿੱਤ ਸਿੰਘ ਨੇ ਚੈਲੰਜ ਕੀਤਾ ਸਵਾਮੀ ਦਇਆਨੰਦ ਸਰਸਵਤੀ ਨੂੰ ਤੇ ਫਿਰ ਜਿਹੜਾ ਆਰਿਆ ਸਮਾਜ ਹੈ ਉਸਦੇ ਫੈਲਾਅ ਨੂੰ ਠੱਲ ਪਾਈ ਜੀ। ਸੋ ਉਹ ਸੋਚ ਨੂੰ ਅੱਗੇ ਲੈ ਜਾਂਦੇ ਹੋਏ ਦਇਆਨੰਦ ਐਂਗਲੋ ਵੈਦਿਕ ਜਿਹੜੇ ਸਕੂਲ ਤੇ ਕਾਲਜਿਸ ਬਣਾਉਣ ਦੇ ਵਿੱਚ ਲਾਲਾ ਲਾਜਪਤ ਰਾਏ ਦਾ ਅਹਿਮ ਭੂਮਿਕਾ ਸੀ ਤੇ ਅੱਗੇ ਚੱਲ ਕੇ ਭੰਮ ਸਾਹਿਬ ਇੱਕ ਹੋਰ ਜਿਹੜਾ ਬਹੁਤ ਮਹੱਤਵਪੂਰਨ ਇੱਕ ਇੰਸਟੀਟਿਊਸ਼ਨ ਜਿਸ ਦਾ ਨਾਮ ਸੀ ਨੈਸ਼ਨਲ ਕਾਲਜ ਜੀ। ਨੈਸ਼ਨਲ ਕਾਲਜ ਦੇ ਸੰਸਥਾਪਕ ਵੀ ਲਾਲਾ ਲਾਜਪਤ ਰਾਏ ਸਨ, ਜਿੱਥੇ ਅੱਗੇ ਚੱਲ ਕੇ ਫਿਰ ਭਗਤ ਸਿੰਘ ਅਤੇ ਸੁਖਦੇਵ ਵਰਗਿਆਂ ਨੇ ਆਪਣੀ ਐਜੂਕੇਸ਼ਨ ਹਾਸਲ ਕੀਤੀ ਉਸ ਕਾਲਜ ਦੇ ਵਿੱਚ। ਸੋ ਇਸ ਤਰ੍ਹਾਂ ਤੁਸੀਂ ਦੇਖੋ ਕਿ ਜਿਹੜੇ ਇੱਕ ਰਾਸ਼ਟਰਵਾਦੀ ਹੈ। ਨੈਸ਼ਨਲ ਕਾਲਜ ਲਾਹੌਰ ਸੀਗਾ ਜੀ। ਲਾਹੌਰ, ਹਾਂਜੀ, ਉਹਦੀ ਬਿਲਡਿੰਗ ਹਜੇ ਵੀ ਹੈਗੀ ਹੈ। ਇੱਥੇ ਜਿਹੜੀ ਵਿੱਦਿਆ ਹਾਸਲ ਕੀਤੀ ਭਗਤ ਸਿੰਘ ਤੇ ਸੁਖਦੇਵ ਹੁਣਾਂ ਜੀ। ਸੋ ਇੱਕ ਜਿਹੜਾ ਰਾਸ਼ਟਰਵਾਦੀ ਇੱਕ ਜਿਹੜਾ ਨੇਤਾ ਹੈ ਉਹ ਕਿਸ ਤਰ੍ਹਾਂ ਜਿਹੜੀ ਰਾਸ਼ਟਰਵਾਦ ਦੀ ਲਹਿਰ ਹੈ ਉਹਨੂੰ ਅੱਗੇ ਤੋਰਦਾ ਹੈ ਇੰਸਟੀਟਿਊਸ਼ਨ ਇੰਨੇ ਕ੍ਰੀਏਟ ਕਰਕੇ। ਸੋ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਭੰਮ ਸਾਹਿਬ। ਬਿਲਕੁਲ ਏਡੇ ਵੱਡੀਆਂ ਸੰਸਥਾਵਾਂ ਖੜੀਆਂ ਕਰਨੀਆਂ, ਉਹ ਵੀ ਇੱਕ ਨਹੀਂ ਅਨੇਕ। ਔਰ ਲੰਬੀ ਸੋਚ ਨਾਲ ਇਹ ਜਿਹੜਾ ਕਾਰਜ ਕੀਤਾ ਗਿਆ ਨਾ ਜੀ, ਲੰਬੀ ਸੋਚ ਇਹ ਭਵਿੱਖ 'ਚ ਤੇ ਕਿਸ ਤਰ੍ਹਾਂ ਦੇ ਅਸਰ ਹੋਣਗੇ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਉਹਨਾਂ ਅਸਰਾਂ ਨੂੰ। ਬਿਲਕੁਲ ਜੀ, ਕਿਉਂਕਿ ਉਹ ਅੱਗੇ ਚੱਲ ਕੇ ਫਿਰ ਦੇਖੋ ਕਿੰਨੇ ਬੰਦਿਆਂ ਦੇ ਲਈ ਉਹ ਉੱਥੋਂ ਐਜੂਕੇਸ਼ਨ ਹਾਸਲ ਕੀਤੀ, ਬੈਂਕ ਖੜੇ ਕੀਤੇ, ਸਕੂਲ ਬਣਾਏ, ਅਨਾਥਾਲਯ ਬਣਾਏ, ਸਾਡੇ ਸਿਸਟਮ ਦਾ ਹਿੱਸਾ ਬਣ ਗਏ ਜੀ। ਇੱਕ ਸਵਦੇਸ਼ੀ ਜਿਹਨੂੰ ਮੈਂ ਕਹਿੰਦਾ ਵੀ ਸਿਸਟਮ ਖੜਾ ਕੀਤਾ ਜੀ। ਭੰਮ ਸਾਹਿਬ ਉਸ ਸਾਲ 1920 ਬੜਾ ਮਹੱਤਵਪੂਰਨ ਹੈ ਲਾਲਾ ਜੀ ਦੇ ਪੋਲੀਟੀਕਲ ਕੈਰੀਅਰ ਦੇ ਵਿੱਚ। ਉਸ ਤੋਂ ਪਹਿਲਾਂ ਦੇਖੋ ਲਾਲਾ ਜੀ ਵਿਦੇਸ਼ਾਂ ਦਾ ਦੌਰਾ ਕਰ ਚੁੱਕੇ ਸਨ। 1917 ਦੇ ਵਿੱਚ ਇੱਥੇ ਨਾਰਥ ਅਮਰੀਕਾ ਵੀ ਆਏ, ਨਿਊਯਾਰਕ ਦੇ ਵਿੱਚ ਕਈ ਸਾਲਾਂ ਦੇ ਵਾਸਤੇ ਰਹੇ, 3 ਸਾਲ ਵਾਸਤੇ ਰਹੇ ਤੇ ਇੱਥੇ ਇੰਡੀਅਨ ਹੋਮ ਰੂਲ ਲੀਗ ਬਣਾਈ। ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਭਾਰਤ ਦੀ ਆਜ਼ਾਦੀ ਦੀ ਜਿਹੜੀ ਲਹਿਰ ਹੈ ਉਹਨੂੰ ਪ੍ਰਚੰਡ ਕੀਤਾ ਤੇ ਸਾਲ 1920 ਦੇ ਵਿੱਚ ਲਾਲਾ ਜੀ ਭਾਰਤ ਵਾਪਸ ਜਾਂਦੇ ਹੈ ਤੇ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਜ਼ਰੂਰੀ ਕੰਮ ਹੈ ਉਹ ਜਿਹੜਾ ਉਹ ਕਰਦੇ ਆ ਜੀ। ਡਿਵਲਿਨ ਜੀ, ਇਹ ਤਾਂ ਸੀ ਜਿਹੜੇ ਉਹਨਾਂ ਦੇ ਪਹਿਲਾਂ ਦੇ ਪੱਖ ਵੀ ਜਦੋਂ ਉਹਨਾਂ ਨੇ ਇੱਕ ਨਵਾਂ ਸਿਸਟਮ ਜਿਹੜਾ ਸਥਾਪਿਤ ਕੀਤਾ ਲਾਲਾ ਜੀ ਉਹਨਾਂ ਨੇ ਜੀ। ਮੁੜ ਕੇ ਆਜ਼ਾਦੀ ਦੀ ਜਦੋਂ ਲਹਿਰ ਚੱਲ ਪੈਂਦੀ ਹੈ ਉਹਨਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਯੋਗਦਾਨ ਹੈ ਜੀ? ਭੰਮ ਸਾਹਿਬ ਸਾਲ 1920 ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਭਾਰਤ ਦੇ ਇਤਿਹਾਸ ਵਿੱਚ ਤੇ ਲਾਲਾ ਜੀ ਦੇ ਪੋਲੀਟੀਕਲ ਕੈਰੀਅਰ ਦੇ ਵਿੱਚ ਜੀ ਬੜਾ ਮਹੱਤਵਪੂਰਨ ਸਾਲ ਸੀ। ਸਾਲ 1920 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣਾ ਸਪੈਸ਼ਲ ਜਿਹੜਾ ਸੀ ਕੈਲਕਟਾ ਸੈਸ਼ਨ ਉਹ ਬੁਲਾਇਆ ਸੀ ਜਿਸ ਨੂੰ ਅੱਜ ਕੱਲ੍ਹ ਅਸੀਂ ਕੋਲਕਾਤਾ ਦੇ ਨਾਮ ਨਾਲ ਜਾਣਦੇ ਹਾਂ ਜੀ। ਇਸ ਸੈਸ਼ਨ ਦੇ ਵਿੱਚ ਆਫੀਸ਼ੀਅਲੀ ਕਾਂਗਰਸ ਪਾਰਟੀ ਨੇ ਜਿਹੜੀ ਮੋਡਰੇਟ ਪੋਲਿਟਿਕਸ ਸੀਗੀ ਉਹਦਾ ਭੋਗ ਪਾ ਦਿੱਤਾ ਜੀ, ਕਿਉਂਕਿ ਕਾਂਗਰਸ ਦੇ ਵਿੱਚ ਇੱਕ ਵੱਡੇ ਸੂਰਜ ਦਾ ਉਦੈ ਹੋ ਚੁੱਕਿਆ ਸੀ ਜਿਹਦਾ ਨਾਮ ਸੀ ਮੋਹਨਦਾਸ ਕਰਮਚੰਦ ਗਾਂਧੀ। ਸੋ ਗਾਂਧੀ ਦਾ ਜਿਹੜਾ ਪ੍ਰਪੋਜ਼ਲ ਸੀ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਖਿਲਾਫਤ ਮੂਵਮੈਂਟ ਦੇ ਨਾਲ ਜੋੜਨ ਦਾ, ਹਿੰਦੂਆਂ ਤੇ ਮੁਸਲਮਾਨਾਂ ਨੂੰ ਨਾਲ ਜੋੜ ਕੇ ਇੱਕ ਵੱਡੀ ਮਾਸ ਮੂਵਮੈਂਟ ਖੜੀ ਕਰਨ ਦਾ, ਉਸ ਨੂੰ ਲਾਲਾ ਲਾਜਪਤ ਰਾਏ ਜੀ ਦੀ ਪ੍ਰਧਾਨਗੀ ਦੇ ਅਧੀਨ ਜਿਹੜੀ ਕਾਂਗਰਸ ਨੇ ਮਨਜ਼ੂਰੀ ਦੇ ਦਿੱਤੀ 1920 ਦੇ ਵਿੱਚ ਜੀ। ਤੇ 1920 ਤੋਂ ਜਦ ਫਿਰ ਨਾਨ ਕੋਆਪਰੇਸ਼ਨ ਮੂਵਮੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਜਿਹੜੀਆਂ ਵੱਡੀਆਂ ਮਾਸ ਮੂਵਮੈਂਟਸ ਨੇ ਫਿਰ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ। ਫਿਰ ਨਾਨ ਕੋਆਪਰੇਸ਼ਨ ਮੂਵਮੈਂਟ, ਸਿਵਲ ਡਿਸਓਬੀਡੀਐਂਸ ਮੂਵਮੈਂਟ, ਕੁਇਟ ਇੰਡੀਆ ਮੂਵਮੈਂਟ ਜੀ। ਸੋ ਉਹਦਾ ਜਿਹੜਾ ਸਿਹਰਾ ਹੈ ਐਜ਼ ਅ ਕਾਂਗਰਸ ਪ੍ਰੈਜ਼ੀਡੈਂਟ ਉਹ ਲਾਲਾ ਜੀ ਨੂੰ ਜਾਂਦਾ ਹੈ। ਲਾਲਾ ਜੀ ਕਿਉਂਕਿ ਖੁਦ ਐਕਸਟ੍ਰੀਮਿਸਟ ਸੀ, ਉਹ ਪੂਰਨ ਸਵਰਾਜ ਚਾਹੁੰਦੇ ਸੀ, ਤਾਂ ਫਿਰ ਮਹਾਤਮਾ ਗਾਂਧੀ ਦਾ ਜਿਹੜੀ ਇੱਕ ਮਾਸ ਪੋਲਿਟਿਕਸ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਹੁਲਾਰਾ ਦਿੱਤਾ ਤੇ ਉਸ ਦੀ ਸ਼ੁਰੂਆਤ ਕਰਵਾਈ ਐਜ਼ ਪ੍ਰਧਾਨ ਕਾਂਗਰਸ ਪਾਰਟੀ ਦੇ। ਸੋ ਭੰਮ ਸਾਹਿਬ ਅੱਗੇ ਚੱਲ ਕੇ ਹੁਣ ਦੇਖੋ ਉਹਨਾਂ ਨੇ ਜਿਹੜਾ ਰੋਲਟ ਐਕਟ ਸੀ 1919 ਦੇ ਵਿੱਚ ਕਾਲਾ ਕਾਨੂੰਨ ਜੀ, ਉਸ ਦਾ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵਿਰੋਧ ਕੀਤਾ, ਜਿਸ ਦੇ ਕਰਕੇ ਫਿਰ ਉਹਨਾਂ ਨੂੰ 3 ਸਾਲ ਜੇਲ੍ਹ ਵੀ ਕੱਟਣੀ ਪਈ 1921 ਤੋਂ ਲੈ ਕੇ 1923 ਤੱਕ ਜੀ। ਉਸ ਤੋਂ ਬਾਅਦ ਭੰਮ ਸਾਹਿਬ ਫਿਰ ਜਿਹੜਾ ਉਹ ਮੰਦਭਾਗਾ ਦਿਨ ਆਉਂਦਾ ਹੈ ਸਾਲ 1928 ਦਾ, ਜਦ ਸਰ ਜੌਨ ਸਾਈਮਨ ਦਾ ਜਿਹੜਾ ਕਮਿਸ਼ਨ ਸੀ ਜਿਸ ਨੂੰ ਸਾਈਮਨ ਕਮਿਸ਼ਨ ਵੀ ਕਿਹਾ ਜਾਂਦਾ ਹੈ, ਲਾਲਾ ਲਾਜਪਤ ਰਾਏ ਲਾਹੌਰ ਦੇ ਵਿੱਚ 30 ਅਕਤੂਬਰ 1928 ਨੂੰ ਉਸ ਦਾ ਵਿਰੋਧ ਕਰ ਰਹੇ ਸੀ ਤੇ
ਫਿਰ ਜ਼ਾਲਮ ਅੰਗਰੇਜ਼ ਹਕੂਮਤ ਨੇ ਉੱਥੇ ਇਸ ਬਜ਼ੁਰਗ ਸਿਆਸਤਦਾਨ ਉੱਤੇ ਜਿਹੜਾ ਅੰਗਰੇਜ਼ ਅਫਸਰ ਜੇਮਸ ਸਕਾਟ ਸੀ ਉਸ ਦੇ ਹੁਕਮ ਤੇ ਫਿਰ ਲਾਲਾ ਜੀ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਲਾਠੀਆਂ ਬਰਸਾਈਆਂ, ਉਹਨਾਂ ਨੂੰ ਲਹੂ ਲੁਹਾਨ ਕਰ ਦਿੱਤਾ। ਭਾਮ ਸਾਹਿਬ ਇਸ ਸਭ ਤੋਂ ਬਾਅਦ ਵੀ ਲਾਲਾ ਜੀ ਨੇ ਦੇਖੋ ਹੌਸਲੇ ਦਾ ਸਬੂਤ ਦਿੰਦੇ ਹੋਇਆਂ ਲਹੂ ਲੁਹਾਨ ਹਾਲਤ ਦੇ ਵਿੱਚ ਵੀ ਉੱਥੇ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਮੇਰੇ ਉੱਤੇ ਬਰਸਾਈ ਹੋਈ ਹਰ ਇੱਕ ਲਾਠੀ ਅੰਗਰੇਜ਼ੀ ਸਰਕਾਰ ਦੇ ਕਫਨ ਦੇ ਜਿਹੜੇ ਤਬੂਤ ਦੇ ਵਿੱਚ ਕਿੱਲ ਦੀ ਤਰ੍ਹਾਂ ਇਹ ਸਾਬਤ ਹੋਊਗੀ। ਉਦੋਂ ਬਾਅਦ ਫਿਰ ਭਾਮ ਸਾਹਿਬ ਆਪਣੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਇਆਂ ਉਹ ਕਦੇ ਰਿਕਵਰ ਨਹੀਂ ਹੋ ਸਕੇ ਜਿੰਨਾ ਉਹਨਾਂ ਨੂੰ ਬਰੂਟਲੀ ਬਜ਼ੁਰਗ ਨੂੰ ਕੁੱਟਿਆ ਗਿਆ ਸੀ ਅੰਗਰੇਜ਼ ਪੁਲਿਸ ਦੇ ਵੱਲੋਂ। ਸੋ 17 ਨਵੰਬਰ 1928 ਨੂੰ ਉਹ ਫਿਰ ਇਸ ਜਹਾਨ ਤੋਂ ਜਿਹੜਾ ਅਕਾਲ ਚਲਾਣਾ ਉਹ ਕਰ ਗਏ ਤੇ ਇਸ ਦੇ ਬਦਲੇ ਦੇ ਰੂਪ ਦੇ ਵਿੱਚ ਹੀ ਫਿਰ ਭਗਤ ਸਿੰਘ ਹੁਣਾਂ ਨੇ ਜਿਹੜਾ ਸਕਾਟ ਨੂੰ ਮਾਰਨ ਦਾ ਜਿਹੜਾ ਪਲਾਨ ਬਣਾਇਆ ਸੀ, ਬਾਅਦ ਦੇ ਵਿੱਚ ਜਿਹੜਾ ਸਾਂਡਰਸ ਕਤਲकांड ਜਿਹੜਾ ਹੋਇਆ ਸੀ ਉਹ ਲਾਲਾ ਜੀ ਦੇ ਮੌਤ ਦੇ ਰਿਐਕਸ਼ਨ ਦੇ ਵਿੱਚ ਹੋਇਆ ਸੀ ਜੀ। ਭਾਮ ਸਾਹਿਬ ਉਹਨਾਂ ਨੇ ਕਈ ਬਹੁਤ ਕਿਤਾਬਾਂ ਲਿਖੀਆਂ ਜਿਵੇਂ ਆਰਿਆ ਸਮਾਜ, ਯੰਗ ਇੰਡੀਆ, ਦ ਸਟੋਰੀ ਆਫ ਮਾਈ ਡੈਪੋਟੇਸ਼ਨ, ਅਨਹੈਪੀ ਇੰਡੀਆ, ਦ ਯੂਨਾਈਟਿਡ ਸਟੇਟਸ ਆਫ ਅਮਰੀਕਾ, ਹਿੰਦੂਸ ਇੰਪ੍ਰੈਸ਼ਨ, ਇੰਗਲੈਂਡਸ ਡੈਟ ਟੂ ਇੰਡੀਆ। ਸੋ ਇਸ ਤਰ੍ਹਾਂ ਦੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਆਪਣੇ ਕਰੀਅਰ ਦੇ ਵਿੱਚ। ਤੇ ਜਿਹੜੀ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਭਾਮ ਸਾਹਿਬ ਉਹਨਾਂ ਦੀ ਪਰਸਨੈਲਿਟੀ ਦੀ, ਲਾਲਾ ਲਾਜਪਤ ਰਾਏ ਨੂੰ ਇੱਕ ਹਿੰਦੂ ਰਾਸ਼ਟਰਵਾਦੀ ਨੇਤਾ ਦੇ ਤੌਰ ਉੱਤੇ ਵੀ ਦੇਖਿਆ ਜਾਂਦਾ ਹੈ ਜੀ, ਕਿਉਂਕਿ ਦੇਖੋ ਇੰਡੀਅਨ ਨੈਸ਼ਨਲ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ 1901 ਦੇ ਵਿੱਚ ਤੇ ਪਰ ਇੰਡੀਅਨ ਨੈਸ਼ਨਲ ਕਾਂਗਰਸ ਜੁਆਇਨ ਕਰਨ ਤੋਂ ਪਹਿਲਾਂ ਉਹ ਇੱਕ ਬਿਆਨ ਦੇ ਚੁੱਕੇ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਿੰਦੂਜ਼ ਆਰ ਅ ਨੇਸ਼ਨ ਇਨ ਦੈਮਸੈਲਵਸ ਜੀ। ਤੇ ਉਸ ਤੋਂ ਪਹਿਲਾਂ ਉਹ ਦੇਖੋ ਆਰਿਆ ਸਮਾਜ ਦਾ ਤਾਂ ਅਸੀਂ ਜਾਣਦੇ ਹਾਂ, ਆਰਿਆ ਸਮਾਜ ਦੇ ਇਨਫਲੂਐਂਸ ਦੇ ਵਿੱਚ ਉਹ ਸੀਗੇ। ਆਰਿਆ ਸਮਾਜ ਦੇ ਵਿੱਚ ਵੀ ਜਿਹੜੀਆਂ ਹਿੰਦੂ ਰਾਸ਼ਟਰਵਾਦੀ ਚੀਜ਼ਾਂ ਨੇ, ਚਾਹੇ ਤਾਂ ਉਹ ਗਊ ਰਕਸ਼ਾ ਹੈ, ਚਾਹੇ ਉਹ ਸ਼ੁੱਧੀਕਰਨ ਹੈ ਜਾਂ ਘਰ ਵਾਪਸੀ ਹੈ ਜੀ, ਉਹ ਚੱਲਦੀਆਂ ਸੀ। ਸੋ ਭਾਮ ਸਾਹਿਬ ਇੱਕ ਬੜਾ ਵਿਵਾਦਿਤ ਬਿਆਨ ਜਿਹੜਾ ਹੈ ਐਜ਼ ਅ ਲੀਡਰ ਆਫ ਹਿੰਦੂ ਮਹਾਸਭਾ ਦੇ ਵੀ ਉਹ ਮੈਂਬਰ ਸੀ, ਕਿਉਂਕਿ ਪਹਿਲਾਂ ਕਾਂਗਰਸ ਦੇ ਵਿੱਚ ਇਹ ਪੋਸੀਬਲ ਸੀ ਕਿ ਤੁਸੀਂ ਹਿੰਦੂ ਮਹਾਸਭਾ ਦੇ ਵੀ ਲੀਡਰ ਹੋ ਸਕਦੇ ਆ ਤੇ ਕਾਂਗਰਸ ਦੇ ਵੀ। ਸੋ ਜਿਹੜਾ ਟ੍ਰਿਬਿਊਨ ਅਖਬਾਰ ਦੇ ਵਿੱਚ ਦਸੰਬਰ 14 1924 ਨੂੰ ਉਹਨਾਂ ਨੇ ਬਿਆਨ ਦਿੱਤਾ ਭਾਮ ਸਾਹਿਬ, ਉਸ ਦੇ ਵਿੱਚ ਉਹ ਪਹਿਲੀ ਵਾਰੀ ਸੀ ਕਿ ਭਾਰਤ ਦੇ ਵਿੱਚ ਕਿਸੇ ਨੇ ਹਿੰਦੁਸਤਾਨ ਦੀ ਪਾਰਟੀਸ਼ਨ ਦੀ ਗੱਲ ਕੀਤੀ। ਅੱਛਾ, ਸੋ ਇਹ ਗੱਲ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਦਾ ਪ੍ਰਪੋਜ਼ਲ ਰੱਖਣ ਤੋਂ ਪਹਿਲਾਂ ਹੀ ਲਾਲਾ ਲਾਜਪਤ ਰਾਏ ਹਿੰਦੁਸਤਾਨ ਦੀ ਪਾਰਟੀਸ਼ਨ ਦਾ ਪ੍ਰਪੋਜ਼ਲ ਰੱਖ ਚੁੱਕੇ ਸੀ, ਜਿਹੜਾ ਬਿਆਨ ਉਹਨਾਂ ਨੇ ਟ੍ਰਿਬਿਊਨ ਅਖਬਾਰ ਦੇ ਵਿੱਚ ਦਸੰਬਰ 14 1924 ਨੂੰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਅੰਡਰ ਮਾਈ ਸਕੀਮ ਦਾ ਮੁਸਲਿਮਸ ਵਿਲ ਹੈਵ 4 ਮੁਸਲਿਮ ਸਟੇਟਸ, ਕਿ ਮੁਸਲਮਾਨਾਂ ਨੂੰ ਅਸੀਂ 4 ਸਟੇਟਸ ਦੇਵਾਂਗੇ। ਦਾ ਪਠਾਨ ਪ੍ਰੋਵਿੰਸ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਹੈ, ਵੈਸਟਰਨ ਪੰਜਾਬ। ਸੋ ਪੰਜਾਬ ਦੀ ਪਾਰਟੀਸ਼ਨ ਦਾ ਜਿਹੜਾ ਪਹਿਲੀ ਵਾਰ ਜਿਹੜੀ ਗੱਲ ਹੈ, ਜਿਹੜਾ ਪਹਿਲੀ ਵਾਰ ਪ੍ਰਸਤਾਵ ਹੈ, ਉਹ ਵੀ ਲਾਲਾ ਲਾਜਪਤ ਰਾਏ ਨੇ ਰੱਖਿਆ। ਬਿਲਕੁਲ, ਵੈਸਟਰਨ ਪੰਜਾਬ, ਸਿੰਧ ਤੇ ਈਸਟਰਨ ਬੰਗਾਲ। ਇਫ there are compact Muslim communities in any other part of India sufficiently large to form a province, they should be similarly constituted। ਉਹ ਕਹਿੰਦੇ ਜੇ ਭਾਰਤ ਦੇ ਵਿੱਚ ਕਿਤੇ ਹੋਰ ਵੀ ਮੁਸਲਿਮ ਆਬਾਦੀ ਹੈ ਤਾਂ ਉਹਨੂੰ ਵੀ ਅਸੀਂ ਅੱਡ ਕਰ ਦਾਂਗੇ। but it should be distinctly understood that this is not a united India। ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਯੂਨਾਈਟਿਡ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਇੱਥੇ। It means a clear partition of India into Muslim India and a non-Muslim India। ਸੋ ਭਾਮ ਸਾਹਿਬ ਇੱਥੋਂ ਹੁਣ ਜਿਹੜੇ ਸਾਡੇ ਸਰੋਤੇ ਹੈ, ਸਾਡੇ ਏਡੇ ਵੱਡੇ ਨੁਕਸਾਨ ਦੇ ਜ਼ਿੰਮੇਵਾਰ ਇਹ ਹੈ ਲਾਲਾ ਜੀ ਨੇ, ਨੀਂਹ ਰੱਖਣ ਵਾਲੇ ਹੈ, ਜਿਨ੍ਹਾਂ ਨੇ ਪਹਿਲੀ ਵਾਰ ਬਿਆਨ ਇਹ ਆਈਡੀਆ ਫਲੋਟ ਕੀਤਾ ਇੰਡੀਆ ਦੀ ਪਾਰਟੀਸ਼ਨ ਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਟ੍ਰਿਬਿਊਨ ਅਖਬਾਰ ਦੇ ਵਿੱਚ ਛਪੀ ਹੈ। ਇਹ ਇਤਿਹਾਸ ਆ ਜਿਹੜਾ ਸਾਡਾ ਦੱਸਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਅੱਗੇ ਜਿਹੜਾ ਕਨਕਲੂਜਨ ਹੈ ਉਹ ਦੇਖੋ ਸਰੋਤਿਆਂ ਨੇ ਕੱਢਣਾ ਹੈ ਵੀ ਇਹਨਾਂ ਨੇ ਆਈਡੀਆ ਫਲੋਟ ਕੀਤਾ, ਇਹਨਾਂ ਨੇ ਨੀਂਹ ਰੱਖੀ, ਜਾਂ ਜਿਹੜੀ ਹਿੰਦੂਤਵ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਲਾਲਾ ਲਾਜਪਤ ਰਾਏ ਨੇ ਕੀ ਰੋਲ ਅਦਾ ਕੀਤਾ। ਬਾਅਦ ਦੇ ਵਿੱਚ ਦੇਖੋ ਭਾਮ ਸਾਹਿਬ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਵੀ ਕਿਨਾਰਾ ਇਹਨਾਂ ਕਾਰਨਾਂ ਕਰਕੇ ਕੀਤਾ ਮਦਨ ਮੋਹਨ ਮਾਲਵੀਆ ਦੇ ਨਾਲ ਕਿ ਜਿਹੜਾ ਕਾਂਗਰਸ ਹੈ ਜਿਹੜੀ ਉਹ ਹਿੰਦੂ ਇੰਟਰਸਟ ਨੂੰ ਪ੍ਰੋਟੈਕਟ ਨਹੀਂ ਕਰ ਰਹੀ। ਸੋ ਇਹ ਲਾਲਾ ਜੀ ਦੀ ਜਿਹੜੀ ਪਰਸਨੈਲਿਟੀ ਹੈ ਉਹਦਾ ਇੱਕ ਅਲੱਗ ਪੱਖ ਹੈ, ਇੱਕ ਅਲੱਗ ਪਹਿਲੂ ਹੈ। ਸੋ ਇਸ ਤਰ੍ਹਾਂ ਭਾਮ ਸਾਹਿਬ ਇਹ ਫਿਰ ਵੀ ਜਿਹੜੇ ਸਾਡੇ ਆਜ਼ਾਦੀ ਦੇ ਇਤਿਹਾਸ ਦੇ ਇੱਕ ਮਹਾਨ ਨੇਤਾ ਸੀ, ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰਕੇ ਆਪਣੀ ਜਿਹੜੀ ਸ਼ਰਧਾ ਦੇ ਫੁੱਲ ਹੈ ਉਹ ਭੇਂਟ ਕਰਦੇ ਹਾਂ। ਜੀ ਜੀ ਜੀ।